ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ 'ਤੇ। ਪਿਛਲੀ ਵੀਡੀਓ ਵਿੱਚ ਆਪਾਂ ਦੇਖਿਆ ਸੀ ਸਿੰਪਲ ਇੰਟਰਸਟ, ਉਸ ਨਾਲ ਰਿਲੇਟਿਡ ਕੁਝ ਕੁਐਸਚਨਸ ਦੇਖੇ ਸੀ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਕੰਪਾਊਂਡ ਇੰਟਰਸਟ। ਥੋੜ੍ਹਾ ਜਿਹਾ ਆਈਡੀਆ ਤੁਹਾਨੂੰ ਪਹਿਲਾਂ ਵੀ ਦਿੱਤਾ ਸੀ ਮੈਂ, ਅੱਜ ਫਿਰ ਤੋਂ ਦੇਖਦੇ ਹਾਂ। ਆਪਾਂ ਸਪੋਜ਼ ਕਰਦੇ ਹਾਂ ਕਿ ਸਾਡੇ ਕੋਲ ਪ੍ਰਿੰਸੀਪਲ ਹੈ 1000 ਰੁਪੀਜ਼ ਅਤੇ ਕੁਛ ਰੇਟ ਗਿਵਨ ਹੈ ਸਾਡੇ ਕੋਲ 10%, ਅਤੇ ਟਾਈਮ ਪੀਰੀਅਡ ਗਿਵਨ ਹੈ ਆਪਣੇ ਕੋਲ 2 years। ਤੁਹਾਨੂੰ ਬੇਸਿਕ ਆਈਡੀਆ ਦਿੱਤਾ ਸੀ ਕਿ ਕੰਪਾਊਂਡ ਇੰਟਰਸਟ ਕੀ ਹੁੰਦਾ, ਮਤਲਬ ਇੰਟਰਸਟ 'ਤੇ ਵੀ ਸਾਨੂੰ ਕੀ ਹੈ, ਇੰਟਰਸਟ ਮਿਲਦਾ ਹੈ। ਕਲੀਅਰ ਹੈ? ਦੇਖਦੇ ਹਾਂ ਆਪਾਂ। ਦੇਖੋ 1000 ਰੁਪੀਜ਼ ਆਪਣੇ ਕੋਲ ਪ੍ਰਿੰਸੀਪਲ ਸੀ। ਫਸਟ ਈਅਰ ਕੀ ਹੋਏਗਾ ਸਾਡੇ ਕੋਲ, ਇਸ ਦਾ 10% ਸਾਨੂੰ ਵਿਆਜ ਮਿਲੇਗਾ। ਠੀਕ ਹੈ, ਅਤੇ 1000 ਦਾ 10% ਕਿੰਨਾ ਹੁੰਦਾ 100। ਠੀਕ ਹੈ, ਅਤੇ ਸੈਕਿੰਡ ਈਅਰ ਆਪਣੇ ਕੋਲ ਕੀ ਹੋਏਗਾ, ਦੇਖੋ ਜਿਹੜਾ ਆਹ 1000 ਹੈ ਆਪਣੇ ਕੋਲ, ਇਸ 'ਤੇ 10% ਮਿਲੇਗਾ, ਅਤੇ ਜਿਹੜਾ 100 ਹੈ ਇਸ 'ਤੇ ਵੀ 10% ਸਾਨੂੰ ਇੰਟਰਸਟ ਮਿਲੇਗਾ। ਠੀਕ ਹੈ, 1000 ਦਾ 10% ਕਿੰਨਾ ਹੋ ਗਿਆ 100, ਅਤੇ ਇਸ ਵਾਲੇ 100 ਦਾ 10% ਕਿੰਨਾ ਹੋ ਗਿਆ 10। ਤਾਂ ਦੇਖੋ ਧਿਆਨ ਨਾਲ, ਜਿਹੜਾ ਪੂਰਾ ਕੰਪਲੀਟ ਹੈ 100 100 ਅਤੇ 10, ਇਹ ਸਾਡਾ ਕੀ ਹੈ ਕੰਪਾਊਂਡ ਇੰਟਰਸਟ। ਠੀਕ ਹੈ, ਅਤੇ ਫਸਟ ਈਅਰ ਕੀ ਹੁੰਦਾ ਸਿੰਪਲ ਇੰਟਰਸਟ ਅਤੇ ਕੰਪਾਊਂਡ ਇੰਟਰਸਟ ਕੀ ਹੁੰਦੇ ਆ, ਸੇਮ ਹੁੰਦੇ ਆ ਫੋਰ ਫਸਟ ਈਅਰ। ਉਹ ਕਿੰਨਾ 100 ਰੁਪੀਜ਼, ਅਤੇ ਸਿੰਪਲ ਇੰਟਰਸਟ ਸੇਮ ਰਹਿੰਦਾ ਫਸਟ ਈਅਰ ਸੈਕਿੰਡ ਈਅਰ, ਜਿੰਨਾ ਮਰਜ਼ੀ ਟਾਈਮ ਪੀਰੀਅਡ ਹੋਵੇ ਸਿੰਪਲ ਇੰਟਰਸਟ ਸੇਮ ਹੁੰਦਾ। ਤਾਂ ਆਪਾਂ ਨੂੰ ਸਾਫ਼ ਸਾਫ਼ ਦਿਖ ਰਿਹਾ ਇੱਥੇ, ਦੇਖੋ ਇੱਥੇ ਵੀ 100 ਰੁਪੀਜ਼ ਹੈ, ਇੱਥੇ ਵੀ 100 ਰੁਪੀਜ਼ ਹੈ। ਜੇ ਥਰਡ ਈਅਰ ਹੁੰਦਾ ਫਿਰ ਵੀ ਕਿੰਨਾ ਆਉਣਾ ਸੀ 100 ਰੁਪੀਜ਼ ਹੀ ਆਉਣਾ ਸੀ। ਠੀਕ ਹੈ, ਸਿੰਪਲ ਇੰਟਰਸਟ ਚੇਂਜ ਨਹੀਂ ਹੁੰਦਾ, ਤਾਂ ਹੀ ਦਾ ਨਾਮ ਸਿੰਪਲ ਹੈ, ਮਤਲਬ ਇੱਕੋ ਰਹਿੰਦਾ। ਠੀਕ ਹੈ, ਜੋ ਰੇਟ ਹੈ 10% ਹੈ 5% ਹੈ ਸੇਮ ਰਹੂਗਾ। ਠੀਕ ਹੈ, ਅਤੇ ਜਿਹੜਾ ਐਕਸਟਰਾ 10 ਆਇਆ ਇਹ ਕੀ ਹੈ, ਧਿਆਨ ਨਾਲ ਦੇਖਿਓ, ਇਹ ਹੈ ਤੁਹਾਡਾ ਡਿਫਰੈਂਸ ਬਿਟਵੀਨ ਕੰਪਾਊਂਡ ਇੰਟਰਸਟ ਐਂਡ ਸਿੰਪਲ ਇੰਟਰਸਟ। ਠੀਕ ਹੈ ਜੀ, ਅਤੇ ਸਾਰਾ ਕੰਪਲੀਟ ਇਹ ਕੀ ਹੋ ਗਿਆ ਤੁਹਾਡਾ ਕੰਪਾਊਂਡ ਇੰਟਰਸਟ। ਹੁਣ ਦੇਖੋ ਪ੍ਰਿੰਸੀਪਲ ਕਿੰਨਾ ਸੀਗਾ ਆਪਾਂ ਨੂੰ 1000 ਰੁਪੀਜ਼ ਗਿਵਨ ਸੀ। ਠੀਕ ਹੈ, ਕੰਪਾਊਂਡ ਇੰਟਰਸਟ ਕੀ ਹੋ ਜਾਏਗਾ ਇੱਥੋਂ ਦੇਖੋ 100 ਪਲੱਸ 100 ਪਲੱਸ 10 ਕਿੰਨਾ ਹੋ ਗਿਆ ਇਹ 210, 210 ਰੁਪੀਜ਼ ਹੋ ਜਾਏਗਾ। ਠੀਕ ਹੈ, ਜੇ ਅਮਾਊਂਟ ਪੁੱਛ ਲਿਆ ਤੁਹਾਡੇ ਕੋਲੋਂ, ਅਮਾਊਂਟ ਕੀ ਹੁੰਦਾ ਜਿੰਨਾ ਪ੍ਰਿੰਸੀਪਲ ਹੈ ਪਲੱਸ ਜਿੰਨਾ ਇੰਟਰਸਟ ਉਹਦੇ 'ਤੇ ਲੱਗਿਆ। ਠੀਕ ਹੈ, ਪ੍ਰਿੰਸੀਪਲ ਕਿੰਨਾ 1000 ਗਿਵਨ ਸੀ, ਅਤੇ ਇੰਟਰਸਟ 210 ਪੈ ਗਿਆ, ਤਾਂ 1210 ਰੁਪਏ ਅਮਾਊਂਟ ਹੋ ਗਿਆ। ਇੰਨੀ ਜਿਹੜਾ ਰਕਮ ਹੈ ਜਿਹੜੀ ਇਹ ਆਪਾਂ ਨੇ ਵਾਪਸ ਰਿਟਰਨ ਕਰਨੀ ਹੈ 1210। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਇੱਕ ਚੀਜ਼ ਆਪਾਂ ਹੋਰ ਦੇਖਦੇ ਹਾਂ, ਦੇਖੋ ਧਿਆਨ ਨਾਲ, ਦੇਖੋ ਇਨੀਸ਼ੀਅਲੀ ਪ੍ਰਿੰਸੀਪਲ ਸਾਡਾ ਸੀਗਾ 1000, ਇਹ ਚੀਜ਼ਾਂ ਨੂੰ ਧਿਆਨ ਨਾਲ ਸਮਝਿਓ। ਉਸ ਤੋਂ ਬਾਅਦ 10% ਦੀ ਕੀ ਹੋਈ ਇਨਕਰੀਜ਼, ਮਤਲਬ 10% ਰੇਟ ਜਿਹੜੀ ਗਿਵਨ ਸੀ 10% ਦਾ ਇਨਕਰੀਜ਼ ਹੋਇਆ ਹੈ ਨਾ, ਇਹ ਕਿੰਨਾ ਹੋ ਗਿਆ 1100। ਉਸ ਤੋਂ ਬਾਅਦ ਫਿਰ 10% ਦਾ ਚੇਂਜ ਹੋਇਆ। ਠੀਕ ਹੈ, ਅਤੇ ਇਹਦਾ 10% ਕਿੰਨਾ ਹੋ ਗਿਆ 110, ਅਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਕਿੰਨਾ ਹੋ ਗਿਆ 1210। ਠੀਕ ਹੈ, ਤਾਂ ਇਹ ਕੀ ਹੋਇਆ, ਇਹ ਸਕਸੈਸਿਵ ਚੇਂਜ ਹੋਈ ਹੈ ਤੁਹਾਡੀ ਪਰਸੈਂਟੇਜ ਦੇ ਵਿੱਚ ਤੁਸੀਂ ਕੀਤਾ ਹੋਵੇਗਾ। ਠੀਕ ਹੈ, 10% ਸਕਸੈਸਿਵ ਚੇਂਜ ਹੋਈ ਹੈ। ਠੀਕ ਹੈ, ਇਸ ਤੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਇੱਥੋਂ ਰੇਸ਼ੋ ਬਣੂਗੀ, ਦੇਖੋ 1210 ਬਟਾ 1100 ਰੇਸ਼ੋ 1100 ਬਟਾ 1000, ਇਹ ਵੀ ਕੀ ਹੋਊਗੀ ਸੇਮ ਹੋਊਗੀ। ਠੀਕ ਹੈ, ਇਹ GB ਦੇ ਵਿੱਚ ਰਹਿੰਦਾ ਇਹ ਤੁਹਾਡਾ, ਇਹਨੂੰ 11 ਨਾਲ ਕੈਂਸਲ ਕਰ ਦਿਓ, 11 ਥੱਲੇ ਆ ਜਾਏਗਾ 10, 11/10 ਇੱਧਰ ਕੈਂਸਲ ਹੋ ਗਿਆ, ਇੱਧਰ ਵੀ ਰੇਸ਼ੋ ਕਿੰਨੀ ਬਣ ਗਈ ਤੁਹਾਡੀ 11/10। ਠੀਕ ਹੈ, ਸਕਸੈਸਿਵ ਚੇਂਜ ਹੈ। ਇਹਨੂੰ ਰੇਸ਼ੋ ਨਾਲ ਵੀ ਆਪਾਂ ਕਰ ਸਕਦੇ ਹਾਂ, ਦੇਖੋ ਧਿਆਨ ਨਾਲ, ਸੇਮ ਹੈ ਤੁਹਾਡਾ ਪ੍ਰਿੰਸੀਪਲ 1000 ਦਾ ਰੇਟ 10% ਹੈ ਅਤੇ ਟਾਈਮ 2 years ਹੈ। ਠੀਕ ਹੈ, ਹੁਣ ਦੇਖੋ ਰੇਟ ਕਿੰਨੀ ਗਿਵਨ ਆਪਾਂ ਨੂੰ 10%, ਰੇਸ਼ੋ ਨਾਲ ਕਿੱਦਾਂ ਕਰਨਾ ਦੇਖੋ 10% ਕਿੰਨਾ ਹੁੰਦਾ 1/10। ਠੀਕ ਹੈ, ਯਾਨੀ ਕਿ ਫਸਟ ਈਅਰ 10 ਤੋਂ ਕਿੰਨਾ ਹੋ ਗਿਆ 11 ਹੋ ਗਿਆ। ਠੀਕ ਹੈ, ਸੈਕਿੰਡ ਈਅਰ ਵੀ ਕਿੰਨਾ ਹੋਊਗਾ 10 ਤੋਂ 11, ਹੁਣ 10 × 10 ਕਿੰਨਾ ਹੁੰਦਾ 100, 11 ਦਾ ਸਕੁਅਰ ਕਿੰਨਾ ਹੁੰਦਾ 121। ਠੀਕ ਹੈ, ਇੱਥੋਂ ਇੱਕ ਗੱਲ ਧਿਆਨ ਵਿੱਚ ਰੱਖਿਓ ਆਪਣੇ ਕਿ ਇਹ ਰੇਸ਼ੋ ਹਮੇਸ਼ਾ ਪ੍ਰਿੰਸੀਪਲ ਅਤੇ ਅਮਾਊਂਟ ਦੀ ਬਣੂਗੀ। ਠੀਕ ਹੈ, ਇਹ ਗੱਲ ਇੰਪੋਰਟੈਂਟ ਹੈ, ਇਹਨੂੰ ਨੋਟ ਕਰ ਲਿਓ, ਜੇ ਤੁਹਾਨੂੰ ਪਤਾ ਤਾਂ ਵਧੀਆ ਗੱਲ ਹੈ। ਠੀਕ ਹੈ ਜੀ, ਰੇਸ਼ੋ ਕਿਹੜੀ ਬਣੂਗੀ ਪ੍ਰਿੰਸੀਪਲ ਅਤੇ ਅਮਾਊਂਟ ਦੀ ਬਣੂਗੀ, ਯਾਨੀ ਕਿ 100 ਰੁਪੀਜ਼ ਸੀਗੇ ਤਾਂ ਉਹ ਤੋਂ ਕਿੰਨੇ ਹੋ ਗਏ 121 ਰੁਪਏ ਹੋ ਗਏ। ਪਰ ਇਹ ਤਾਂ ਰੇਸ਼ੋ ਦੇ ਵਿੱਚ ਅਸੀਂ ਆਪਣੇ ਕੋਲੋਂ ਅਸਿਊਮ ਕੀਤਾ ਸੀ ਰੇਟ ਦੇ ਅਕੋਰਡਿੰਗ। ਐਕਚੁਅਲ ਦੇ ਵਿੱਚ 100 ਦੀ ਵੈਲਿਊ ਕਿੰਨੀ ਗਿਵਨ ਹੈ ਕੁਐਸਚਨ ਦੇ ਵਿੱਚ 1000, ਤਾਂ 1 ਦੀ ਵੈਲਿਊ ਇੱਥੋਂ ਕਿੰਨੀ ਆ ਗਈ 10।
ठीक है। ये आ गया साढ़े को रेशो के अकॉर्डिंग। तो आप कि फाइंड करनी है 121 की वैल्यू फाइंड करनी है। वो कितनी हो जाएगी 121 × 10 अगेन थोड़ा 1210 रुपीज़ आ गया। ठीक है, यही अपना की है प्रिंसीपल सॉरी अमाउंट आ गया है। ठीक है, इतों इंटरस्ट की हो जाऊँगा अमाउंट माइनस प्रिंसीपल। क्लीयर है जी। इस तरह तुसीं सॉल्व करने हैं क्वेश्चन। एक गल का होर ध्यान रखियो, जे 3 साल ही आज भी फिर आप किद्दां करांगे देखो ध्यान नाल। सेम है थोड़ा क्वेश्चन, प्रिंसीपल 1000 है। ठीक है, रेट 10% है थोड़ी, तो टाइम इस बार कितना हो गया 3 ईयर्स हो गया। ठीक है, तो साढ़े को पुछ लिया जाए, चाहे तो अमाउंट पुछ सकता हो, चाहे इंटरस्ट पुछ सकता। ठीक है, तो देखो ध्यान नाल हम 1000 रुपीज़ है, पहले साल की होऊगा इधर 10% मिलूंगा यानी कि 100 रुपीज़। दूजे साल फिर 1000 का कितना मिलूंगा 10% 100, तो इस 100 का भी मिलूंगा, इधर कितना हो जाऊगा 10 हो जाऊगा। ठीक है, थर्ड ईयर की होऊगा 1000 का फिर सानू 100 रुपीज़ मिलूंगे, आ 100 का फिर 10 मिलूंगे, आ 100 के 10 मिलूंगे, तो आ 10 का कितना मिलूंगा 10% यानी कि कितना मिलूंगा 1 मिलूंगा सानू। ठीक है जी, एक ग्राफ के राही सानू सारा कुछ क्लीयर हो रहा। देखो आ सिंपल इंटरस्ट फस्ट ईयर तो सैकेंड सॉरी फस्ट ईयर लिए कंपाउंड इंटरस्ट तो सिंपल इंटरस्ट की होंगे सेम होंगे 100 सानू साफ साफ दिख रहा है। आ फस्ट ईयर है, सैकेंड ईयर है, आ थोड़ा थर्ड ईयर है। ठीक है, ये सारा थोड़ा की हो जाएगा टोटल कंपाउंड इंटरस्ट 3 टाइम्स की है 100 है थोड़ा। ठीक है जी, तो 3 टाइम्स की है थोड़ा 10 है, तो 1 टाइम 1 है। क्लीयर है जी, इन्होंने सॉल्व करके ऐड कर लो, अपना कंपाउंड इंटरस्ट आ जाएगा साਡਾ। ਹੁਣ चलते हैं आप क्वेश्चन ਵੱਲ, ट्राई करते सॉल्व करने की। सैकेंड क्वेश्चन करते हैं, पहला पढ़ो ध्यान नाल, सॉल्व करो जो थानू तुसीं पहला कीता होया कंपाउंड इंटरस्ट, जे नहीं कीता तो आप देखते हैं। देखो इफ़ द कंपाउंड इंटरस्ट ऑन अ सर्टन सम फॉर 2 ईयर्स एट 4% पर एनम इज़ 510, फाइंड द सम। हाँ जी, देखो टाइम कितना दिता हुआ अपन 2 ईयर्स, तो रेट कितनी गिवन अपन 4%। ठीक है, कंपाउंड इंटरस्ट दिता हुआ 2 साल का कितना 510, तो पूछा की होया फाइंड द सम, यानी कि प्रिंसीपल अपन पूछा होया। हम देखो इनू किद्दां करांगे आपां, हुणे तुहानूं रेशो वाला मैथड दस्सिया सी मैं। 4% नूं आपां किद्दां लिखांगे 4/100, यानी कि इनू कैंसल करांगे 1/25। हम देखो 2 साल है टाइम पीरियड, 25 तो कितना होया 26, 26 फस्ट ईयरली, सैकेंड ईयरली भी कितना होया 25 तो 26। 25 का स्केयर होंदा 625, तो 26 का स्केयर होंदा 676 676। क्लीयर है जी। हम देखो थानू हुणे सिखाया सी मैं थोड़ा टाइम पहला कि ये रेशो किहड़ी बनूगी प्रिंसीपल ते अमाउंट की बनूगी। ठीक है, इस गल का ध्यान रखियो। हुण इंटरस्ट की होंदा है अमाउंट माइनस प्रिंसीपल, अमाउंट कितना है 676 तो प्रिंसीपल कितना है 625। इनू आपां की कर माइनस कर देवांगे, कितना आ गया 51 आ गया साडा, है ना, साडे अकॉर्डिंग आया है 51 इंटरस्ट। पर क्वेश्चन दे विच कितना गिवन आपां नूं 510, तो इत्थों 1 की वैल्यू कितनी आ गई 10 आ गई अपनी। की पूछा होया उन्हें फाइंड द सम, प्रिंसीपल पूछा होया ना, साडे अकॉर्डिंग कितना 625 है। ठीक है, तो 1 की वैल्यू 625 है, 10 की वैल्यू कितनी हो जाऊगी, इनू 10 आपां मल्टीप्लाई कर देवांगे 6250 रुपीज़ अपना आंसर आ जाएगा, ये प्रिंसीपल आ जाएगा थोड़ा। ठीक है जी, सिंपल जिहा क्वेश्चन सी। फस्ट क्वेश्चन देखते हैं हम, पढ़ो ध्यान नाल, ट्राई करो सॉल्व करने की। इफ़ द कंपाउंड इंटरस्ट ऑन अ सर्टन सम फॉर 3 ईयर्स एट रेट, एक तो अपन रेट गिवन है 14/7%। ठीक है जी, तो 3 साल का कंपाउंड इंटरस्ट गिवन है अपन 1690 रुपये। ठीक है जी, सी आई है अपने को 3 ईयर्स का, कहना फाइंड द अमाउंट एट द एंड ऑफ 2 ईयर्स। ये ध्यान ना पढ़ियो क्वेश्चन, ये पजल नहीं होना अपन ने। हम देखो ध्यान नाल, रेट अपन गिवन है 14/2/7, अपन पता दी फ्रैक्शन वैल्यू कितनी होंदी है 1/7। हम देखो इदा 3 टाइम्स होया होएगा कि 7 तो 8 हुई रेशो, चाहे तो तुसीं इदा कर लो। ठीक है जी, 7 तो 8 हो रही है, 3 टाइम्स हो रहा है इदा, तो आप प्रिंसीपल अपने वालों अज्यूम कर लेंगे 7 का क्यूब, ताकि वह 1/7 करना अपन ईजी हो जाए। ठीक है,
ਤਿੰਨ ਵਾਰੀ 1/7 ਕਰਨਾ ਤਾਂ ਆਪਾਂ 7 ਦਾ ਕਿਊਬ ਮੰਨ ਲੈਂਦੇ ਹਾਂ, ਠੀਕ ਹੈ। ਐਦੀ ਰੇਟ ਦਿੱਤੀ ਹੁੰਦੀ ਮੰਨ ਲਓ 16 2/3%, ਇਹਦੀ ਵੈਲਿਊ ਕਿੰਨੀ ਹੁੰਦੀ 1/6। ਜਿਹਦਾ ਟਾਈਮ 2 ਸਾਲ ਹੁੰਦਾ 2 ਈਅਰਸ ਹੁੰਦਾ, ਫਿਰ ਆਪਾਂ ਨੇ ਕਿੰਨਾ ਪ੍ਰਿੰਸੀਪਲ ਅਸਿਊਮ ਕਰਨਾ ਸੀ 6 ਦਾ ਸਕੇਅਰ ਯਾਨੀ ਕਿ 36। ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਉਹਦਾ 1/6 ਕਰਨਾ ਈਜ਼ੀ ਹੋ ਜਾਵੇ ਜਾਂ 1/7 ਜੋ ਵੀ ਗਿਵਨ ਆਪਾਂ ਨੂੰ ਉਹਨਾਂ ਸੋਲਵ ਕਰਨਾ ਆਪਾਂ ਨੂੰ ਈਜ਼ੀ ਹੋ ਜਾਵੇ, ਠੀਕ ਹੈ। ਤਾਂ ਪ੍ਰਿੰਸੀਪਲ ਆਪਾਂ 7 ਦਾ ਕਿਊਬ ਕਿੰਨਾ ਹੁੰਦਾ 343, ਠੀਕ ਹੈ ਜੀ। ਇਹ ਅਸਿਊਮ ਕਰ ਲਿਆ ਆਪਣੇ ਵੱਲੋਂ ਆਪਾਂ ਨੇ ਪ੍ਰਿੰਸੀਪਲ। ਹੁਣ ਦੇਖੋ ਫਸਟ ਈਅਰ ਕੀ ਹੋਊਗਾ, ਇਹਦਾ 1/7 ਹੋਊਗਾ, ਠੀਕ ਹੈ, ਯਾਨੀ ਕਿ 49 ਰੁਪੀਜ਼ ਮਿਲ ਗਏ ਆਪਾਂ ਨੂੰ, ਹੈ ਨਾ 1/7। ਦੁਬਾਰਾ ਸੈਕਿੰਡ ਈਅਰ ਕੀ ਹੋਊਗਾ, ਫਿਰ 49 ਰੁਪੀਜ਼ ਮਿਲੂਗੇ, ਹੈ ਨਾ, ਅਤੇ 49 ਦਾ ਵੀ 1/7 ਹੋਊਗਾ, ਯਾਨੀ ਕਿ 7 ਰੁਪੀਜ਼ ਇੱਥੇ ਮਿਲੂਗੇ। ਥਰਡ ਈਅਰ ਕੀ ਹੋਊਗਾ 343 ਦਾ ਵੀ 49, ਜਿੰਨੇ ਇੱਥੇ ਨੰਬਰ ਲਿਖੋਗੇ ਸਾਰਿਆਂ ਦਾ 1/7 ਕਰ ਦਿਓ, ਠੀਕ ਹੈ। 343 ਦਾ ਹੋ ਗਿਆ 1/7, 49 ਦਾ ਕਰੋਗੇ 1/7 7 ਆ ਜਾਊਗਾ, ਫਿਰ 49 ਦਾ ਕਰੋਗੇ 7 ਆ ਜਾਊਗਾ, ਫਿਰ 7 ਦਾ ਕਰੋਗੇ ਕਿੰਨਾ ਆ ਜਾਊਗਾ 1 ਆ ਜਾਊਗਾ। ਇਹ ਕੰਪਲੀਟ ਆਪਣਾ ਕੀ ਹੈ ਕੰਪਾਊਂਡ ਇੰਟਰਸਟ ਹੈ, ਹੁਣੇ ਤੁਹਾਨੂੰ ਸਿਖਾਇਆ ਸੀ ਮੈਂ। ਹੁਣ ਦੇਖੋ ਐਡ ਕਰ ਦਿਓ 49 3 ਟਾਈਮਸ ਹੋ ਜਾਊਗੇ, 7 ਵੀ ਤੁਹਾਡਾ 3 ਟਾਈਮਸ ਹੋ ਜਾਊਗਾ ਅਤੇ ਪਲੱਸ 1 ਹੋ ਜਾਊਗਾ। ਹੁਣ ਦੇਖੋ 49 50 ਨੂੰ 3 ਨਾਲ ਕਰ ਦਿਓ 150, ਉਹਦੇ ਵਿੱਚੋਂ ਮਾਈਨਸ ਕਰ ਦਿਓ 3 147 ਪਲੱਸ 21 ਅਤੇ 1, ਠੀਕ ਹੈ ਜੀ। ਇਹ ਕਿੰਨਾ ਹੋ ਗਿਆ 169 ਹੋ ਗਿਆ। ਇਹ ਤਾਂ ਸਾਡੇ ਅਕੋਰਡਿੰਗ ਆਇਆ ਇੰਟਰਸਟ, ਠੀਕ ਹੈ। ਅਤੇ ਕੁਐਸਚਨ ਦੇ ਵਿੱਚ ਕਿੰਨਾ ਗਿਵਨ ਆਪਾਂ ਨੂੰ 1690, ਤਾਂ ਇੱਥੋਂ 1 ਦੀ ਵੈਲਿਊ ਕਿੰਨੀ ਹੋ ਜੂਗੀ 10 ਹੋ ਜੂਗੀ ਤੁਹਾਡੀ, ਠੀਕ ਹੈ। ਜੇ 1 ਦੀ ਵੈਲਿਊ ਆ ਗਈ ਫਿਰ ਤੁਸੀਂ ਕੁਛ ਵੀ ਫਾਈਂਡ ਕਰ ਸਕਦੇ ਹੋ, ਠੀਕ ਹੈ। 1 ਦੀ ਵੈਲਿਊ ਆ ਗਈ ਤਾਂ ਪ੍ਰਿੰਸੀਪਲ ਵੀ ਫਾਈਂਡ ਕਰ ਸਕਦੇ ਨਾ ਆਪਾਂ। 343 ਮੰਨਿਆ ਸੀ, ਇੱਕ ਦੀ ਵੈਲਿਊ 10 ਹੈ, ਠੀਕ ਹੈ, ਤਾਂ ਪ੍ਰਿੰਸੀਪਲ ਕਿੰਨਾ ਹੋ ਗਿਆ 3430 ਰੁਪੀਜ਼। ਪਰ ਉਹਨਾਂ ਨੇ ਪੁੱਛਿਆ ਕੀ ਹੋਇਆ, ਕਹਿੰਦਾ ਅਮਾਊਂਟ ਐਟ ਦਾ ਐਂਡ ਆਫ 2 ਈਅਰਸ। ਹੁਣ ਦੇਖੋ ਇਸ ਡਾਇਗਰਾਮ ਤੋਂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਅਮਾਊਂਟ ਪੁੱਛਿਆ ਹੋਇਆ ਨਾ, ਪਹਿਲਾਂ ਇੰਟਰਸਟ ਤਾਂ ਪਤਾ ਲੱਗ ਜਾਵੇ ਕਿ 2 ਸਾਲ ਦਾ ਇੰਟਰਸਟ ਕਿੰਨਾ ਬਣਦਾ। ਹੁਣ ਦੇਖੋ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਹ ਕੀ ਹੈ, ਫਸਟ ਈਅਰ ਦਾ, ਆਹ ਸੈਕਿੰਡ ਈਅਰ ਦਾ, ਆਹ ਥਰਡ ਈਅਰ ਦਾ। ਆਪਾਂ ਨੂੰ ਸਿਰਫ 2 ਸਾਲ ਦਾ ਚਾਹੀਦਾ। 49 ਅਤੇ 49 ਕਿੰਨੇ ਹੋ ਗਏ 98 ਪਲੱਸ 7 ਕਰ ਦੇਵਾਂਗੇ ਕਿੰਨਾ ਹੋ ਗਿਆ 105, ਠੀਕ ਹੈ 105 ਹੋ ਗਿਆ। ਅਤੇ ਇੱਕ ਦੀ ਵੈਲਿਊ 10 ਹੈ, ਤਾਂ ਇੰਟਰਸਟ 2 ਸਾਲ ਦਾ ਕਿੰਨਾ ਹੋ ਗਿਆ 1050। ਇਹਨਾਂ ਨੂੰ ਆਪਾਂ ਕੀ ਕਰ ਦੇਵਾਂਗੇ ਐਡ ਕਰ ਦੇਵਾਂਗੇ 4480 ਆਪਣਾ ਕੀ ਆ ਜਾਏਗਾ ਆਨਸਰ ਆ ਜਾਏਗਾ, ਠੀਕ ਹੈ ਜੀ। ਜੇ ਨਹੀਂ ਸਮਝ ਲੱਗਿਆ ਤਾਂ ਵੀਡੀਓ ਤੁਸੀਂ ਰਿਵਾਈਂਡ ਕਰਕੇ ਵੀ ਦੇਖ ਸਕਦੇ ਹੋ, ਠੀਕ ਹੈ। ਵੈਸੇ ਐਡੀ ਕੋਈ ਗੱਲ ਨਹੀਂ ਇਹਦੇ ਵਿੱਚ, ਈਜ਼ੀ ਕੁਐਸਚਨ ਸੀ। ਮੂਵ ਕਰਦੇ ਆਪਾਂ ਥਰਡ ਕੁਐਸਚਨ ਵੱਲ, ਪੜ੍ਹੋ ਧਿਆਨ ਨਾਲ। ਦਾ ਕੰਪਾਊਂਡ ਇੰਟਰਸਟ ਔਨ ਰੁਪੀਜ਼। ਪ੍ਰਿੰਸੀਪਲ ਦਿੱਤਾ ਹੋਇਆ ਆਪਾਂ ਨੂੰ, ਰੇਟ ਦਿੱਤੀ ਹੋਈ ਹੈ, ਕੰਪਾਊਂਡਡ ਐਨੂਅਲੀ ਇਜ਼ ਦਿੱਤਾ ਹੋਇਆ, ਅਤੇ ਟਾਈਮ ਪੀਰੀਅਡ ਫਾਈਂਡ ਕਰਨਾ ਇਹਦੇ ਵਿੱਚ, ਠੀਕ ਹੈ। ਟਾਈਮ ਪੀਰੀਅਡ ਦੇਖੋ ਬੁੱਕਸ ਦੇ ਵਿੱਚ ਕੁਐਸਚਨ ਨੇ ਕਾਫੀ ਡਿਫੀਕਲਟ ਦਿੱਤੇ ਹੁੰਦੇ ਆ, ਮਤਲਬ ਕਿੱਦਾਂ ਕੀਤਾ ਹੋਊਗਾ ਕਰਕੇ ਦਿਖਾਉਂਦਾ ਇੱਕ ਤੁਹਾਨੂੰ। ਦੇਖੋ ਇੰਟਰਸਟ ਆਪਣੇ ਕੋਲ ਕੀ ਹੁੰਦਾ ਅਮਾਊਂਟ ਮਾਈਨਸ ਪ੍ਰਿੰਸੀਪਲ। ਅਮਾਊਂਟ ਦਾ ਫਾਰਮੂਲਾ ਤੁਹਾਨੂੰ ਪਤਾ P1 + R/100 ਦੀ ਪਾਵਰ n ਮਾਈਨਸ P, ਠੀਕ ਹੈ। ਇੰਟਰਸਟ ਦੇਖੋ ਗਿਵਨ ਹੈ 1305.6, ਠੀਕ ਹੈ। ਪ੍ਰਿੰਸੀਪਲ ਵੀ ਗਿਵਨ ਹੈ 16000 ਅਤੇ 1 + R ਰੇਟ ਆਪਾਂ ਨੂੰ ਗਿਵਨ ਹੈ 4%। n ਦੀ ਵੈਲਿਊ ਕੱਢਣੀ ਹੈ ਤੁਸੀਂ, P ਤੁਹਾਡਾ ਗਿਵਨ ਹੈ, ਠੀਕ ਹੈ। ਅਤੇ ਐਗਜ਼ਾਮ ਦੇ ਵਿੱਚ ਮੰਨ ਲਓ ਤੁਸੀਂ ਬੈਠੇ ਹੋਗੇ ਤਾਂ ਇਹ ਸਭ ਕੁਛ ਕਰਨਾ ਪੋਸੀਬਲ, ਮਤਲਬ ਪੋਸੀਬਲ ਤਾਂ ਹੈ ਪਰ ਟਾਈਮ ਕੰਜ਼ਿਊਮੇਬਲ ਹੋ ਜਾਏਗਾ, ਠੀਕ ਹੈ ਜੀ। ਤਾਂ ਆਪਾਂ ਕਿੱਦਾਂ ਆਪਾਂ ਥੋੜ੍ਹਾ ਮਾਈਂਡ ਯੂਜ਼ ਕਰਕੇ ਕਰਾਂਗੇ ਇਹਨੂੰ, ਦੇਖੋ ਧਿਆਨ ਨਾਲ। ਇਸ ਤਰ੍ਹਾਂ ਤਾਂ ਨਹੀਂ ਕਰਾਂਗੇ ਆਪਾਂ। ਦੇਖੋ ਥੋੜ੍ਹਾ ਜਿਹਾ ਆਪਾਂ ਮਾਈਂਡ ਯੂਜ਼ ਕਰਾਂਗੇ ਇਹਦੇ ਵਿੱਚ। ਦੇਖੋ ਕੰਪਾਊਂਡ ਪ੍ਰਿੰਸੀਪਲ ਆਪਾਂ ਨੂੰ ਦਿੱਤਾ ਹੋਇਆ ਨਾ 16000, ਠੀਕ ਹੈ ਜੀ, ਅਤੇ ਇੰਟਰਸਟ ਆਪਾਂ ਨੂੰ ਗਿਵਨ ਹੈ 1305.6। ਆਪਾਂ ਦੇਖ ਲੈਂਦੇ ਹਾਂ ਕਿ ਇਹ 1305 ਰੁਪਏ ਕਦੋਂ ਬਣਦੇ ਸਾਡੇ, ਹੈ ਨਾ। 4% ਰੇਟ ਹੈ। ਹੁਣ ਦੇਖੋ 16000 ਦਾ ਪਹਿਲਾਂ ਫਸਟ ਈਅਰ ਕਿਆ ਹੋਊਗਾ, ਇਹਦਾ 4% ਮਿਲੂਗਾ ਸਾਨੂੰ, ਹੈ ਨਾ। ਅਤੇ 1% ਕਿੰਨਾ 16000 ਦਾ ਦੇਖ ਲੈਂਦੇ ਆਪਾਂ 160, ਹੈ ਨਾ 160, ਅਤੇ 4% ਕੀ ਹੋਊਗਾ, ਇਹਨੂੰ 4 ਨਾਲ ਮਲਟੀਪਲਾਈ ਕਰ ਦੇਵਾਂਗੇ। 16 ਚੌਕਾ ਹੁੰਦੇ 64, ਯਾਨੀ ਕਿ ਫਸਟ ਈਅਰ ਸਾਨੂੰ 640 ਰੁਪਏ ਮਿਲੂਗੇ, ਠੀਕ ਹੈ ਜੀ। ਸੈਕਿੰਡ ਈਅਰ ਵੀ ਇੱਦਾਂ ਹੋਇਆ ਹੋਊਗਾ 640 ਰੁਪਏ ਮਿਲੂਗੇ, ਠੀਕ ਹੈ। ਅਤੇ ਪਲੱਸ 640 ਦਾ ਵੀ 4% ਮਿਲੂਗਾ। 640 ਦਾ ਵੀ ਸਾਨੂੰ ਕਿੰਨਾ ਮਿਲੂਗਾ 4% ਮਿਲੂਗਾ, ਹੈ ਨਾ। 1% ਕਿੰਨਾ ਹੋ ਗਿਆ 6.4, ਅਤੇ 4% ਕਿੰਨਾ ਹੋ ਗਿਆ ਇਹਦਾ 25.6, ਠੀਕ ਹੈ ਜੀ। ਬਸ ਹੁਣ ਇਹਨਾਂ ਨੂੰ ਕੀ ਕਰ ਦੇਣਾ ਆਪਾਂ ਨੇ ਐਡ ਕਰ ਦੇਣਾ। ਦੇਖਦੇ ਹਾਂ ਕਿ 2 ਸਾਲ ਦਾ
ਕਿਉਂਕਿ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਕਿਉਂਕਿ 640 ਹੈ, ਦੂਜੇ ਸਾਲ ਕੀ ਹੈ ਥੋੜ੍ਹਾ ਜਿਹਾ ਤੋਂ ਜ਼ਿਆਦਾ ਮਿਲਿਆ ਹੋਊਗਾ। 600 ਦਾ ਡਬਲ ਕਿੰਨਾ ਹੁੰਦਾ, ਠੀਕ ਹੈ 1200, ਜਾਣੀ ਕਿ 1300 ਦੇ ਆਪਾਂ ਕਰੀਬ ਪਹੁੰਚ ਰਹੇ ਹਾਂ। ਠੀਕ ਹੈ, ਬਾਕੀ ਸੋਲਵ ਕਰਕੇ ਦੇਖ ਲੈਂਦੇ ਹਾਂ ਆਪਾਂ। ਠੀਕ ਹੈ ਜੀ, ਉਹੀ ਬਣ ਗਿਆ ਨਾ 1305.6। ਆਹੀ ਇੰਟਰਸਟ ਆਪਾਂ ਨੂੰ ਗਿਵਨ ਸੀ, ਤਾਂ ਆਪਾਂ ਨੇ ਇਹਨੂੰ ਜਸਟ ਸੋਲਵ ਕਰਕੇ ਦੇਖ ਲਿਆ, ਮੈਨੂਅਲੀ ਚੈੱਕ ਕਰ ਲਿਆ, ਥੋੜ੍ਹਾ ਆਪਾਂ ਗੈਸ ਕਰਕੇ ਦੇਖ ਲਵਾਂਗੇ। ਠੀਕ ਹੈ, ਤਾਂ ਟਾਈਮ ਪੀਰੀਅਡ ਕਿੰਨਾ ਆ ਗਿਆ ਆਪਣੇ ਇੱਥੇ 2 ਈਅਰਸ ਆਪਣਾ ਆਨਸਰ ਆ ਜਾਏਗਾ। ਠੀਕ ਹੈ, ਸਾਫ਼ ਸਾਫ਼ ਸਾਨੂੰ ਪਤਾ ਲੱਗ ਰਿਹਾ ਸੀ ਕਿ ਫਸਟ ਈਅਰ 640 ਰੁਪਏ ਮਿਲੂਗੇ, ਦੂਜੇ ਸਾਲ 640 ਤਾਂ ਮਿਲੂਗੇ, ਪਲੱਸ 25.6 ਰੁਪਏ ਵੀ ਐਕਸਟਰਾ ਮਿਲੂਗੇ ਸਾਨੂੰ। ਠੀਕ ਹੈ, ਇਹੀ ਤਾਂ ਕੰਪਾਊਂਡ ਇੰਟਰਸਟ ਹੁੰਦਾ ਕਿ ਇੰਟਰਸਟ ਦੇ ਉੱਪਰ ਵੀ ਇੰਟਰਸਟ। ਠੀਕ ਹੈ ਜੀ, 2 ਈਅਰਸ ਆਪਣਾ ਆਨਸਰ ਆ ਗਿਆ। ਨੈਕਸਟ ਮੂਵ ਕਰਦੇ ਹਾਂ 4th ਕੁਐਸਚਨ ਵੱਲ। ਹਾਂਜੀ ਪੜ੍ਹੋ ਧਿਆਨ ਨਾਲ 4th ਕੁਐਸਚਨ। ਇਫ ਦਾ ਅਮਾਊਂਟ ਇਜ਼, ਠੀਕ ਹੈ ਅਮਾਊਂਟ ਕਿੰਨਾ ਗਿਵਨ ਆਪਾਂ ਨੂੰ 2.25 ਟਾਈਮਸ ਆਫ ਦਾ ਪ੍ਰਿੰਸੀਪਲ ਜਾਂ ਸਮ ਆਫਟਰ 2 ਈਅਰਸ ਐਟ ਕੰਪਾਊਂਡ ਇੰਟਰਸਟ, ਦਾ ਰੇਟ ਆਫ ਇੰਟਰਸਟ ਪਰ ਐਨਮ। ਅਤੇ ਆਪਾਂ ਨੇ ਇੱਥੇ ਕੀ ਫਾਈਂਡ ਕਰਨੀ ਹੈ, ਰੇਟ ਆਫ ਇੰਟਰਸਟ ਫਾਈਂਡ ਕਰਨੀ ਹੈ। ਠੀਕ ਹੈ, ਅਤੇ ਟਾਈਮ ਕਿੰਨਾ ਦਿੱਤਾ ਹੋਇਆ ਆਪਾਂ ਨੂੰ 2 ਈਅਰਸ ਦਿੱਤੇ ਹੋਏ ਆ। ਹੁਣ ਦੇਖੋ ਧਿਆਨ ਨਾਲ ਇੱਥੇ ਰੇਸ਼ੋ ਪਹਿਲਾਂ ਬਣਾ ਲੈਂਦੇ ਹਾਂ ਆਪਾਂ। ਅਮਾਊਂਟ ਅਤੇ ਪ੍ਰਿੰਸੀਪਲ ਦੀ ਰੇਸ਼ੋ ਕੀ ਬਣੂਗੀ ਇੱਥੇ 2/25 ਅਪੋਨ 1 ਹੋ ਜਾਏਗਾ ਨਾ, ਜਾਂ ਫਿਰ ਇੱਦਾਂ ਲਿਖ ਲੈਂਦੇ 100। ਠੀਕ ਹੈ ਜੀ, ਇਹ ਹੋ ਗਿਆ ਪ੍ਰਿੰਸੀਪਲ, ਇਹ ਹੋ ਗਿਆ ਅਮਾਊਂਟ। ਪ੍ਰਿੰਸੀਪਲ ਦੀ ਵੈਲਿਊ ਕਿੰਨੀ ਆਈ ਹੈ 100, ਅਮਾਊਂਟ ਦੀ ਕਿੰਨੀ ਆਈ ਹੈ 2/25। ਹੁਣ ਦੇਖੋ 2 ਸਾਲ ਹੈ, ਹੁਣ ਤੁਸੀਂ ਖੁਦ ਆਈਡੀਆ ਲਾਓ ਕਿ 100 ਕਿੱਦਾਂ ਬਣਿਆ ਹੋਊਗਾ। 10 × 10 ਤਾਂ ਹੀ 100 ਬਣੂਗਾ ਨਾ, ਅਤੇ ਉੱਧਰ 225 ਉਹ 15 ਦਾ ਸਕੇਅਰ ਹੁੰਦਾ ਹੈ ਨਾ, ਯਾਨੀ ਕਿ ਕੁਛ ਇਸ ਤਰ੍ਹਾਂ ਹੋਇਆ ਹੋਵੇਗਾ। ਠੀਕ ਹੈ, ਇੱਧਰ 100 ਬਣ ਗਿਆ ਹੋਊਗਾ ਅਤੇ ਉੱਧਰ 225 ਬਣ ਗਿਆ ਹੋਊਗਾ। ਠੀਕ ਹੈ, ਹੁਣ ਦੇਖੋ 10 ਤੋਂ 15 ਹੋ ਰਿਹਾ, ਯਾਨੀ ਕਿ 5 ਦਾ ਚੇਂਜ ਆ ਰਿਹਾ ਹੈ ਨਾ, 5 ਦਾ ਚੇਂਜ ਆ ਰਿਹਾ ਕਿੱਥੇ 10 'ਤੇ 1/2, 1/2 ਕਿੰਨਾ ਹੁੰਦਾ ਆਪਣਾ 50% ਹੁੰਦਾ। ਠੀਕ ਹੈ, ਅਤੇ ਇਹੀ ਆਪਣਾ ਆਨਸਰ ਆ ਗਿਆ। ਠੀਕ ਹੈ, ਦੇਖੋ ਕਿੰਨਾ ਈਜ਼ੀ ਵੇ ਨਾਲ ਆਪਣਾ ਸੋਲਵ ਹੋ ਗਿਆ। 5th ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ ਕਰੋ ਜੀ ਧਿਆਨ ਨਾਲ, ਹੁਣ ਤੁਹਾਨੂੰ ਥੋੜ੍ਹਾ ਆਈਡੀਆ ਹੋ ਗਿਆ ਹੋਊਗਾ, ਅਤੇ ਕੁਐਸਚਨ ਕਰਨੇ ਈਜ਼ੀ ਹੋ ਜੂਗੇ। ਹੁਣ ਦੇਖੋ ਟਾਈਮ ਪੀਰੀਅਡ 3 ਈਅਰਸ ਗਿਵਨ ਹੈ, ਇੰਟਰਸਟ ਕੰਪਾਊਂਡ ਰੇਟ ਦਿੱਤੀ ਹੋਈ ਹੈ ਸਾਨੂੰ, ਅਲੱਗ-ਅਲੱਗ ਰੇਟ ਦਿੱਤੀ ਹੋਈ ਹੈ। ਅਤੇ ਫਾਈਂਡ ਦਾ ਅਮਾਊਂਟ ਇਨਵੈਸਟਿਡ ਇਫ ਇੰਟਰਸਟ ਅਰਨਡ ਇਜ਼, ਇੰਟਰਸਟ ਦਿੱਤਾ ਹੋਇਆ ਆਪਾਂ ਨੂੰ, ਅਮਾਊਂਟ ਪ੍ਰਿੰਸੀਪਲ ਆਪਾਂ ਨੇ ਫਾਈਂਡ ਕਰਨਾ। ਠੀਕ ਹੈ ਜੀ, ਦੇਖੋ ਰੇਟ ਅਲੱਗ-ਅਲੱਗ ਹੈ, ਅਲੱਗ-ਅਲੱਗ ਹੈ ਤਾਂ ਵੀ ਆਪਾਂ ਰੇਸ਼ੋ ਨਾਲ ਕਰ ਸਕਦੇ ਹਾਂ। 12.5% ਕਿੰਨਾ ਹੁੰਦਾ 1/8, ਯਾਨੀ ਕਿ 8 ਤੋਂ ਕਿੰਨੀ ਹੋ ਰਹੀ 9। 10% 1/10, ਇੱਥੇ ਲਿਖ ਦਿੰਦਾ ਮੈਂ। 12% ਕਿੰਨਾ ਹੁੰਦਾ 1/8, 10% ਕਿੰਨਾ ਹੁੰਦਾ 1/10, 25% ਕਿੰਨਾ ਹੁੰਦਾ 1/4। ਅਤੇ ਫਸਟ ਈਅਰ 8 ਤੋਂ 9 ਹੋ ਰਹੀ ਹੈ, 10% 10 ਤੋਂ 9 ਹੋ ਰਹੀ ਹੈ, 25% 4 ਤੋਂ 5 ਹੋ ਰਹੀ ਹੈ ਤੁਹਾਡੀ। ਠੀਕ ਹੈ ਜੀ, ਜੇ ਕੈਂਸਲ ਹੋ ਰਿਹਾ ਤਾਂ ਕੈਂਸਲ ਕਰ ਦਿਓ, ਕੁਛ 2 ਟਾਈਮਸ ਹੋ ਜਾਏਗਾ, ਬਾਕੀ ਨਹੀਂ ਹੋਏਗਾ ਕੁਛ। 8 × 8 ਕਿੰਨਾ ਹੋ ਗਿਆ ਤੁਹਾਡਾ 64, 9 × 9 ਕਿੰਨਾ ਹੋ ਗਿਆ, ਸੌਰੀ 10 ਤੋਂ 11 ਹੋਏਗੀ ਇੱਥੇ। ਠੀਕ ਹੈ ਜੀ, 9 ਇਹ ਕਿੰਨਾ ਹੋ ਗਿਆ 99 ਹੋ ਗਿਆ ਹੈ ਨਾ, ਇਹਦੇ ਵਿੱਚੋਂ ਮਾਈਨਸ ਕਰਾਂਗੇ ਕਿੰਨਾ ਆ ਗਿਆ 35 ਆ ਗਿਆ ਇੰਟਰਸਟ, ਕਿਉਂਕਿ ਇਹ ਰੇਸ਼ੋ ਕਿਹੜੀ ਬਣੂਗੀ ਪ੍ਰਿੰਸੀਪਲ ਅਤੇ ਅਮਾਊਂਟ ਦੀ ਬਣੂਗੀ, ਤੁਹਾਨੂੰ ਪਹਿਲਾਂ ਦੱਸਿਆ। ਠੀਕ ਹੈ ਜੀ, ਇਹਨਾਂ ਦਾ ਡਿਫਰੈਂਸ ਕਿਆ ਹੋ ਜਾਊਗਾ, ਇਹੀ ਸਾਡਾ ਅਮਾਊਂਟ ਇੰਟਰਸਟ ਹੋ ਜਾਊਗਾ। ਸਾਡੇ ਅਕੋਰਡਿੰਗ 35 ਆ ਰਿਹਾ, ਕੁਐਸਚਨ ਦੇ ਵਿੱਚ ਕਿੰਨਾ ਦਿੱਤਾ ਹੋਇਆ 3500, ਤਾਂ 1 ਦੀ ਵੈਲਿਊ ਕਿੰਨੀ ਆ ਗਈ ਆਪਣੀ 100 ਆ ਗਈ। ਠੀਕ ਹੈ ਜੀ, ਕੀ ਪੁੱਛਿਆ ਹੋਇਆ ਫਾਈਂਡ ਦਾ ਅਮਾਊਂਟ, ਅਤੇ ਅਮਾਊਂਟ ਕਿੰਨਾ 64, ਆਹੀ ਦਾ ਅਮਾਊਂਟ ਹੈ। ਠੀਕ ਹੈ, ਅਤੇ 64,100 ਆਪਣਾ ਆਨਸਰ ਆ ਜਾਏਗਾ। ਠੀਕ ਹੈ, ਸਿੰਪਲ ਕੁਐਸਚਨ। ਨੈਕਸਟ ਮੂਵ ਕਰਦੇ ਹਾਂ 6th ਕੁਐਸਚਨ ਪਰ, ਪੜ੍ਹੋ ਧਿਆਨ ਨਾਲ। The difference between the simple interest and compound interest on a certain sum of money at 5% rate per annum for 2 years is this 15 rupees. Find the sum. ਦੇਖੋ ਜਦੋਂ 2 ਈਅਰਸ ਦਾ ਡਿਫਰੈਂਸ ਦਿੱਤਾ ਹੋਵੇ ਨਾ, ਇਹਦਾ ਫਾਰਮੂਲਾ ਵੀ ਹੁੰਦਾ ਆਪਣਾ, ਵਿਦਾਊਟ ਫਾਰਮੂਲਾ ਵੀ ਕਰ ਸਕਦੇ ਹਾਂ, ਪਰ ਜੇ ਫਾਰਮੂਲਾ ਯਾਦ ਹੈ ਤਾਂ ਵਧੀਆ ਗੱਲ ਹੈ। ਠੀਕ ਹੈ ਜੀ, ਡਿਫਰੈਂਸ ਦਾ ਕੀ ਫਾਰਮੂਲਾ ਹੁੰਦਾ, ਇਹ ਸਿਰਫ 2 ਈਅਰਸ ਲਈ ਲੱਗੇਗਾ ਤੁਹਾਡਾ। ਠੀਕ ਹੈ, ਦੋਨੇ ਵੇਜ਼ ਨਾਲ ਕਰਕੇ ਦਿਖਾਉਂਦਾ ਮੈਂ। 2 ਈਅਰਸ ਦਾ ਡਿਫਰੈਂਸ ਦਾ ਫਾਰਮੂਲਾ ਕੀ ਹੁੰਦਾ P × R/100 ਦਾ ਸਕੇਅਰ। ਠੀਕ ਹੈ, ਡਿਫਰੈਂਸ ਕਿੰਨਾ ਦਿੱਤਾ ਹੋਇਆ 15 ਰੁਪਏ ਦਿੱਤਾ ਹੋਇਆ। ਪ੍ਰਿੰਸੀਪਲ ਤੁਸੀਂ ਫਾਈਂਡ ਕਰਨਾ, ਰੇਟ ਕਿੰਨੀ ਦਿੱਤੀ ਹੋਈ ਹੈ 5%। ਠੀਕ ਹੈ ਜੀ, ਬਸ ਇਹਨੂੰ ਸੋਲਵ ਕਰ ਦਿਓ, ਤੁਹਾਡਾ ਪ੍ਰਿੰਸੀਪਲ ਆ ਜਾਏਗਾ ਇੱਥੋਂ। ਇਹ ਹੋ ਗਿਆ 1/20 ਹੋ ਗਿਆ ਤੁਹਾਡਾ। ਠੀਕ ਹੈ, ਅਤੇ 400 ਨੂੰ ਮਲਟੀਪਲਾਈ ਕਰ ਦੇਣਾ ਆਪਾਂ ਨੇ ਕਾਹਦੇ ਨਾਲ 15 ਨਾਲ, 15 × 4 = 60, ਅਤੇ ਕਿੰਨਾ ਆ ਗਿਆ 6000 ਆਪਣਾ ਆਨਸਰ ਆ ਗਿਆ। ਠੀਕ ਹੈ,
ਜੇ ਮੰਨ ਲਓ ਤੁਹਾਨੂੰ ਫਾਰਮੂਲਾ ਨਹੀਂ ਯਾਦ ਆਉਂਦਾ, ਠੀਕ ਹੈ, ਵੈਸੇ ਤਾਂ ਈਜ਼ੀ ਹੈ, ਤਾਂ ਤੁਸੀਂ ਦੂਜੀ ਤਰ੍ਹਾਂ ਵੀ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਦੱਸਿਆ। 5% ਰੇਟ ਗਿਵਨ ਹੈ ਨਾ ਆਪਾਂ ਨੂੰ 2 ਸਾਲ, 5% ਕਿੰਨਾ ਹੁੰਦਾ 1/20, ਤਾਂ ਆਪਾਂ ਪ੍ਰਿੰਸੀਪਲ ਇੱਦਾਂ ਅਸਿਊਮ ਕਰਦੇ ਹਾਂ ਜਿਹੜਾ ਮਤਲਬ 1/20 ਕਰਨਾ ਸੌਖਾ ਹੋ ਜਾਵੇ ਹੈ ਨਾ, ਅਤੇ ਉਹ ਕੀ ਹੋ ਜਾਊਗਾ, ਇਹਦਾ ਸਕੇਅਰ ਕਰ ਦੇਵਾਂਗੇ 400 ਹੋ ਜਾਊਗਾ ਹੈ ਨਾ। ਫਸਟ ਈਅਰ ਕਿੰਨਾ ਮਿਲੂਗਾ ਸਾਨੂੰ ਦੇਖੋ, ਠੀਕ ਹੈ ਜੀ, ਫਸਟ ਈਅਰ ਕਿੰਨਾ ਮਿਲੇਗਾ 400 ਆਪਾਂ ਨੇ ਆਪਣੇ ਵੱਲੋਂ ਅਸਿਊਮ ਕੀਤਾ, ਇਹਦਾ ਕਿੰਨਾ 5% ਸਾਨੂੰ ਮਿਲੇਗਾ, ਯਾਨੀ ਕਿ ਕਿੰਨਾ 20, ਠੀਕ ਹੈ। ਦੂਜੇ ਸਾਲ ਫਿਰ 20 ਮਿਲੇਗਾ ਅਤੇ 1 ਐਕਸਟਰਾ ਮਿਲੇਗਾ ਸਾਨੂੰ, ਠੀਕ ਹੈ। ਇੰਟਰਸਟ ਦਾ ਵੀ ਇੰਟਰਸਟ ਇਹ ਮਿਲੇਗਾ। ਹੁਣ ਡਿਫਰੈਂਸ ਦੇਖੋ ਫਸਟ ਆਹ ਸਾਰੇ ਉੱਪਰ ਵਾਲੀ ਲਾਈਨ ਕੀ ਹੁੰਦੀ ਹੈ, ਸਿੰਪਲ ਇੰਟਰਸਟ, ਤੁਹਾਨੂੰ ਦੱਸਿਆ ਸੀ ਹੁਣੇ। ਡਿਫਰੈਂਸ ਕੀ ਹੋਊਗਾ, ਆਹੀ 1 ਯੂਨਿਟ ਹੋਊਗਾ ਨਾ ਸਾਡਾ। ਇੱਕ ਦੀ ਵੈਲਿਊ 15 ਕੁਐਸਚਨ 'ਚ ਗਿਵਨ ਦਿੱਤੀ ਹੋਈ ਹੈ ਡਿਫਰੈਂਸ, ਅਤੇ ਤੁਹਾਨੂੰ ਪੁੱਛਿਆ ਕੀ ਹੋਇਆ, ਸਮ ਪੁੱਛਿਆ ਹੋਇਆ। ਸਮ ਆਪਾਂ ਨੇ ਕਿੰਨਾ ਮੰਨਿਆ 400 ਮੰਨਿਆ ਹੋਇਆ, ਠੀਕ ਹੈ ਜੀ। ਕੁਛ ਵੀ ਅਸਿਊਮ ਕਰ ਸਕਦੇ ਹੋ ਤੁਸੀਂ, ਬਸ ਉਹਦਾ ਉਨਾ ਫਾਈਂਡ ਕਰਨਾ ਈਜ਼ੀ ਹੋਵੇ ਆਪਾਂ ਨੂੰ, ਠੀਕ ਹੈ। 15 ਚੌਕਾ 60, ਫਿਰ ਆਪਣਾ 6000 ਆਪਣਾ ਆਨਸਰ ਆ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ, ਇਹ ਵੀ ਈਜ਼ੀ ਹੈ, ਪਰ ਜੇ ਫਾਰਮੂਲਾ ਯਾਦ ਹੈ ਤਾਂ ਉਹ ਵੀ ਵੈਲ ਐਂਡ ਗੁੱਡ ਹੈ। 7th ਕੁਐਸਚਨ ਵੱਲ ਚੱਲਦੇ ਹਾਂ ਆਪਾਂ। ਹਾਂਜੀ ਪੜ੍ਹੋ, ਪਾਊਜ਼ ਕਰਕੇ ਟਰਾਈ ਕਰੋ ਸੋਲਵ ਕਰਨ ਦੀ। ਰਜੇਸ਼ ਇਨਵੈਸਟਡ ਰੁਪੀਜ਼, ਪ੍ਰਿੰਸੀਪਲ ਦਿੱਤਾ ਹੋਇਆ, ਰੇਟ ਦਿੱਤੀ ਹੋਈ ਹੈ, ਅਤੇ ਇੰਟਰਸਟ ਬਸ ਕੰਪਾਊਂਡਡ ਹਾਫ ਈਅਰਲੀ। ਦੇਖੋ ਹਾਫ ਈਅਰਲੀ ਦੇ ਵਿੱਚ ਕੀ ਹੁੰਦਾ, ਥੋੜ੍ਹਾ ਇਹ ਵੀ ਤੁਹਾਨੂੰ ਦੱਸ ਦਿੰਦਾ, ਦੇਖੋ ਧਿਆਨ ਨਾਲ। ਕੁਛ ਨਹੀਂ ਕਰਨਾ ਤੁਸੀਂ, ਸਾਰਾ ਉੱਦਾਂ ਹੀ ਸੋਲਵ ਕਰਨਾ, ਠੀਕ ਹੈ। ਇਹਦੇ ਵਿੱਚ ਜਦੋਂ ਵੀ ਕੰਪਾਊਂਡਡ ਹਾਫ ਈਅਰਲੀ ਆ ਗਿਆ ਨਾ, ਤਾਂ ਰੇਟ ਨੂੰ ਕਰ ਦਿਓ ਹਾਫ, ਠੀਕ ਹੈ ਜੀ, ਅਤੇ ਟਾਈਮ ਪੀਰੀਅਡ ਨੂੰ ਕੀ ਕਰ ਦਿਓ, ਟਾਈਮ ਪੀਰੀਅਡ ਨੂੰ ਕਰ ਦਿਓ ਡਬਲ, ਠੀਕ ਹੈ। ਇਹ ਬਸ ਧਿਆਨ 'ਚ ਰੱਖਿਓ, ਇਹ ਕਦੋਂ ਕਰਨਾ, ਜਦੋਂ ਕੰਪਾਊਂਡਡ ਹਾਫ ਈਅਰਲੀ ਦਿੱਤਾ ਹੋਇਆ, ਠੀਕ ਹੈ ਜੀ, ਉਸ ਵੇਲੇ ਕਰਨਾ ਆਪਾਂ ਨੇ। ਹੁਣ ਟਰਾਈ ਕਰਦੇ ਹਾਂ ਕੁਐਸਚਨ ਨੂੰ ਕਰਨ ਦੀ। ਦੇਖੋ ਜੀ ਧਿਆਨ ਨਾਲ, ਰੇਟ ਕਿੰਨੀ ਦਿੱਤੀ ਹੋਈ ਹੈ 20%, 20% ਦੀ ਵੈਲਿਊ ਕਿੰਨੀ ਹੁੰਦੀ ਹੈ 1/5, ਠੀਕ ਹੈ ਜੀ। ਅਤੇ ਹਾਫ ਈਅਰਲੀ ਫॉर द फर्स्ट ईयर एंड इन द नेक्स्ट ईयर इट वाज कंपाउंडेड ईयरली। देखो ये मिक्सचर ਦਿੱਤਾ ਹੋਇਆ, ਹਾਫ ਈਅਰਲੀ ਵੀ ਹੈ ਅਤੇ ਈਅਰਲੀ ਵੀ ਹੈ, ਠੀਕ ਹੈ। ਵਟ ਵਿਲ ਬੀ ਦ ਇੰਟਰਸਟ ਅਰਨਡ ਐਟ ਦ ਐਂਡ ਆਫ 2 years। ਹੁਣ ਦੇਖੋ ਪਹਿਲਾਂ ਕੀ ਹੈ ਕੰਪਾਊਂਡਡ ਹਾਫ ਈਅਰਲੀ, ਉਹਦੇ ਵਿੱਚ ਰੇਟ ਨੂੰ ਕੀ ਕਰਨਾ ਹਾਫ, ਯਾਨੀ ਕਿ 20% ਸੀਗੀ ਨਾ, ਤਾਂ 10% ਮੰਨਾਂਗੇ। ਟਾਈਮ ਫਸਟ 1 ਸਾਲ ਹੈ ਨਾ, 1 ਦਾ ਡਬਲ ਕਿੰਨਾ ਹੁੰਦਾ 2, ਅਤੇ ਟਾਈਮ ਕਿੰਨਾ ਲਵਾਂਗੇ 2, ਯਾਨੀ ਕਿ 10 ਤੋਂ 11 ਹੋਊਗੀ, ਫਿਰ 10 to 11 ਹੋਊਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਤਾਂ ਨਹੀਂ ਇੱਦਾਂ ਹੋਊਗਾ, ਉਸ ਤੋਂ ਬਾਅਦ ਤਾਂ ਫਿਰ ਜੋ 20% ਆ ਉਹੀ ਰੇਟ ਲੱਗੂਗੀ ਨਾ ਲਾਸਟ ਮਤਲਬ ਸੈਕਿੰਡ ਈਅਰ ਲਈ, ਠੀਕ ਹੈ। 20% ਦੀ ਵੈਲਿਊ ਕਿੰਨੀ ਹੁੰਦੀ ਹੈ 1/5, ਯਾਨੀ ਕਿ 5 ਤੋਂ ਕਿੰਨੀ ਹੋਊਗੀ 6। ਇਹ ਆਪਣਾ ਕੰਪਲੀਟ ਆ ਜਾਏਗਾ, ਠੀਕ ਹੈ। ਇਹਨੂੰ ਸੋਲਵ ਕਰ ਲਓ, ਇੱਥੇ ਕਿੰਨਾ ਹੋ ਗਿਆ 500 ਹੋ ਗਿਆ ਤੁਹਾਡਾ, ਠੀਕ ਹੈ ਜੀ। ਅਤੇ ਇੱਥੇ ਕਿੰਨਾ ਆ ਗਿਆ 121,612, ਠੀਕ ਹੈ ਜੀ, 726 ਆ ਗਿਆ ਇੱਥੇ ਤੁਹਾਡਾ, ਠੀਕ ਹੈ। ਅਤੇ ਡਿਫਰੈਂਸ ਕਿੰਨਾ ਆ ਗਿਆ, ਕੀ ਪੁੱਛਿਆ ਹੋਇਆ ਉਹਨੇ, ਹਾਂਜੀ ਵਟ ਵਿਲ ਬੀ ਦਾ ਇੰਟਰਸਟ ਅਰਨਡ ਐਟ ਦਾ ਐਂਡ ਆਫ 2 years। ਇੰਟਰਸਟ ਪੁੱਛਿਆ ਹੋਇਆ ਨਾ, ਅਤੇ ਇਹਨਾਂ ਦਾ ਡਿਫਰੈਂਸ ਹੀ ਕੀ ਹੁੰਦਾ ਆਪਣੇ ਕੋਲ, ਇੰਟਰਸਟ ਹੁੰਦਾ 226, ਠੀਕ ਹੈ ਜੀ। 500 ਦੀ ਵੈਲਿਊ ਗਿਵਨ ਆਪਾਂ ਨੂੰ ਕਿੰਨੀ ਹੈ 20,000, ਅਤੇ ਆਪਾਂ ਨੇ ਕਾਹਦੀ ਵੈਲਿਊ ਫਾਈਂਡ ਕਰਨੀ ਹੈ 226 ਦੀ ਵੈਲਿਊ ਫਾਈਂਡ ਕਰਨੀ ਹੈ, ਠੀਕ ਹੈ। ਇਹਨੂੰ 4 ਨਾਲ ਮਲਟੀਪਲਾਈ ਕਰ ਦੇਵਾਂਗੇ 24 10, ਠੀਕ ਹੈ, 9040 ਆਪਣਾ ਆਨਸਰ ਆ ਜਾਏਗਾ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਜਦੋਂ ਵੀ ਹਾਫ ਈਅਰਲੀ ਆ ਗਿਆ ਤਾਂ ਰੇਟ ਨੂੰ ਹਾਫ ਕਰ ਦਿਓ ਅਤੇ ਟਾਈਮ ਨੂੰ ਕੀ ਕਰ ਦਿਓ ਡਬਲ ਕਰ ਦਿਓ, ਤੁਹਾਡਾ ਕੁਐਸਚਨ ਸੋਲਵ ਹੋ ਜਾਏਗਾ, ਠੀਕ ਹੈ ਜੀ। ਲਾਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਅੱਜ ਦੇ। ਹਾਂਜੀ ਪੜ੍ਹੋ ਧਿਆਨ ਨਾਲ, ਇਸ ਕੁਐਸਚਨ ਨੂੰ ਧਿਆਨ ਨਾਲ ਦੇਖਿਓ। ਦੇਖੋ ਧਿਆਨ ਨਾਲ, ਆਪਣੇ ਕੋਲ ਕੀ ਸੀ ਪ੍ਰਿੰਸੀਪਲ ਸੀ ਸਟਾਰਟਿੰਗ ਦੇ ਵਿੱਚ ਕੁਛ ਵੀ ਹੈ ਨਾ। ਇਫ ਦਾ ਅਮਾਊਂਟ ਐਟ ਦਾ ਐਂਡ ਆਫ ਦਾ 5 years ਅੰਡਰ ਕੰਪਾਊਂਡ ਇੰਟਰਸਟ ਇਜ਼ ਦਿਸ ਐਂਡ ਐਟ ਦਾ ਐਂਡ ਆਫ 10 years ਇਜ਼ ਦਿਸ, ਫਾਈਂਡ ਦਾ ਪ੍ਰਿੰਸੀਪਲ। ਪ੍ਰਿੰਸੀਪਲ ਫਾਈਂਡ ਕਰਨਾ ਆਪਾਂ ਨੇ 5 years ਦੇ ਵਿੱਚ ਕੀ ਹੋਇਆ, ਦੇਖੋ ਧਿਆਨ ਨਾਲ, ਠੀਕ ਹੈ। 5 years ਦੇ ਵਿੱਚ ਕੀ ਹੋਇਆ ਦੇਖੋ, ਕੁਛ ਪੈਸਾ ਸੀਗਾ ਆਪਣੇ ਕੋਲ, ਆਪਾਂ ਨੂੰ ਨਹੀਂ ਪਤਾ, ਉਹੀ ਆਪਾਂ ਨੇ ਫਾਈਂਡ ਕਰਨਾ। 5 ਸਾਲ ਦੇ ਵਿੱਚ 12,372 ਰੁਪਏ ਹੋ ਗਿਆ, ਠੀਕ ਹੈ। ਨੈਕਸਟ 5 years ਦੇ ਵਿੱਚ ਕੀ ਹੋਇਆ, ਠੀਕ ਹੈ, ਮਤਲਬ ਟੋਟਲ 10 years ਹੋ ਗਏ ਸਟਾਰਟਿੰਗ ਤੋਂ, 14,846.4 ਰੁਪਏ ਹੋ ਗਏ, ਠੀਕ ਹੈ। ਤਾਂ ਕਹਿੰਦਾ ਫਾਈਂਡ ਦਾ ਪ੍ਰਿੰਸੀਪਲ ਫਾਈਂਡ ਕਰਨਾ ਆਪਾਂ ਨੇ। ਦੇਖੋ ਇਹ ਕੁਐਸਚਨ ਕਿੱਦਾਂ ਕਰਨਾ, ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਮੈਂ ਕਿ ਜਦੋਂ ਟਾਈਮ ਪੀਰੀਅਡ ਸੇਮ ਹੁੰਦਾ ਹੈ ਨਾ ਆਪਣਾ, ਤਾਂ
ਰੇਟ ਵੀ ਕੀ ਹੈ ਉਹ ਵੀ ਸੇਮ ਰਹਿੰਦੀ ਹੈ, ਠੀਕ ਹੈ। ਜਿੱਦਾਂ ਆਪਾਂ ਨੇ 1000 ਵਾਲੀ ਐਗਜ਼ਾਮਪਲ ਲਈ ਸੀ ਨਾ, ਉਹਦੇ ਵਿੱਚ 10% ਦਾ ਸਕਸੈਸਿਵ ਚੇਂਜ ਆ ਰਿਹਾ ਸੀ, ਠੀਕ ਹੈ, ਇੱਕ ਸਾਲ ਬਾਅਦ। ਤਾਂ ਦੇਖੋ ਮਤਲਬ ਜਿੰਨਾ ਇੱਥੇ ਰੇਟ ਆਪਣਾ ਆਇਆ ਹੋਊਗਾ, ਠੀਕ ਹੈ, ਰੇਟ ਉਹੀ ਫਾਈਂਡ ਕਰਨੀ ਆਪਾਂ ਨੂੰ, ਉਹੀ ਰੇਟ ਇੱਥੇ ਆਈ ਹੋਏਗੀ ਆਪਣੀ, ਠੀਕ ਹੈ, ਉਹੀ ਆਪਾਂ ਨੇ ਫਾਈਂਡ ਕਰਨੀ ਹੈ। ਦੇਖਦੇ ਹਾਂ ਰੇਟ ਕਿੱਦਾਂ ਚੇਂਜ ਹੋਊਗੀ, ਫਾਈਂਡ ਕਰਦੇ ਹਾਂ। ਦੇਖੋ 12,372 ਤੋਂ 14,846.4 ਰੁਪਏ ਹੋ ਗਏ ਹੈ ਨਾ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਪੈਸੇ ਆਪਣੇ ਇਨਕਰੀਜ਼ ਹੋਏ ਕਿੰਨੇ ਆ, ਫਿਰ ਉਹਦੀ ਕੀ ਹੈ ਪਰਸੈਂਟੇਜ ਕੱਢ ਦੇਵਾਂਗੇ। ਜਿੰਨੀ ਪਰਸੈਂਟੇਜ ਇੱਥੇ ਆਊਗੀ ਉਹੀ ਪਰਸੈਂਟੇਜ ਤੁਹਾਡੀ ਪਿੱਛੇ ਆਈ ਹੋਊਗੀ, ਠੀਕ ਹੈ ਜੀ। 14 ਚੋਂ 7 ਗਏ 7, 7 ਦੇ 3 ਵਿੱਚ 4 2, ਹਾਂਜੀ 2474.4 ਇੰਨੇ ਰੁਪੀਸ ਦੀ ਚੇਂਜ ਆਈ ਹੈ 2,474.4 ਦੀ, ਠੀਕ ਹੈ। ਕਿੱਥੋਂ ਆਈ ਹੈ ਚੇਂਜ ਇਹ 12,372 ਤੋਂ ਇੰਟੂ 100। ਹੁਣ ਦੇਖੋ 12,000 ਦਾ ਡਬਲ ਹੁੰਦਾ 24,000 ਹੈ ਨਾ, ਮਤਲਬ ਇਹਦਾ ਜਸਟ ਕੀ ਹੈ ਇਹ ਡਬਲ ਹੈ। ਇਹਨੂੰ ਪੁਆਇੰਟ ਨੂੰ ਹਟਾ ਕੇ ਇੱਥੇ ਲਿਆਓ 10, ਇਹਦਾ ਕੀ ਹੈ ਡਬਲ ਹੈ, ਠੀਕ ਹੈ ਜੀ। ਅਤੇ ਇਹ ਕਿੰਨਾ ਆ ਗਿਆ ਤੁਹਾਡਾ 20% ਦੀ ਕੀ ਆਈ ਹੈ ਚੇਂਜ ਆਈ ਹੈ, ਠੀਕ ਹੈ। ਜੇ 20% ਦੀ ਚੇਂਜ ਇੱਥੇ ਆਈ ਹੈ ਤੁਹਾਡੀ, ਤਾਂ ਪਿੱਛੇ ਵੀ ਕਿੰਨੀ 20% ਦੀ ਹੀ ਚੇਂਜ ਆਈ ਹੋਵੇਗੀ। ਅਤੇ ਹੁਣ ਦੇਖੋ ਆਪਾਂ ਨੇ ਰੇਟ ਪਤਾ ਲੱਗ ਗਈ ਆਪਾਂ ਨੂੰ 20%, ਅਤੇ ਆਪਾਂ ਨੇ ਪਿੱਛੇ ਜਾਣਾ। ਦੇਖੋ ਹੁਣ ਦੇਖੋ ਪ੍ਰਿੰਸੀਪਲ ਨੂੰ ਜੇ ਮੈਂ 20% ਦੀ ਚੇਂਜ ਆਈ ਹੈ ਨਾ, ਇਨੀਸ਼ੀਅਲੀ ਪ੍ਰਿੰਸੀਪਲ ਕਿੰਨਾ ਹੋਇਆ ਹੋਵੇਗਾ 100%, ਠੀਕ ਹੈ। 20% ਦੀ ਚੇਂਜ ਆਈ ਤਾਂ ਹੀ ਤਾਂ ਅਮਾਊਂਟ ਬਣਿਆ ਹੋਊਗਾ ਆਪਣਾ, ਠੀਕ ਹੈ। ਯਾਨੀ ਕਿ 100 ਦੇ ਵਿੱਚ 20 ਐਡ ਕੀਤੇ ਕਿੰਨਾ ਹੋ ਗਿਆ 120 ਹੋ ਗਿਆ। ਜੇ ਪਰਸੈਂਟੇਜ ਦੀ ਫੋਰਮ ਦੇ ਵਿੱਚ ਲਿਖਣਾ ਤਾਂ ਕਿੰਨਾ ਹੋ ਗਿਆ ਇਹ 1.2 ਹੋ ਗਿਆ। ਪ੍ਰਿੰਸੀਪਲ ਨੂੰ 1.2 ਨਾਲ ਮਲਟੀਪਲਾਈ ਕੀਤਾ ਮੈਂ ਤਾਂ ਹੀ ਤਾਂ ਅਮਾਊਂਟ ਬਣਿਆ ਹੋਏਗਾ ਆਪਣਾ, ਠੀਕ ਹੈ। ਪ੍ਰਿੰਸੀਪਲ ਆਪਾਂ ਨੇ ਫਾਈਂਡ ਕਰਨਾ ਹੈ, ਠੀਕ ਹੈ ਜੀ। ਅਤੇ ਅਮਾਊਂਟ ਕਿੰਨਾ 12,372 ਰੁਪਏ, ਤਾਂ ਹੀ ਤਾਂ ਬਣੇ ਹੋਏਗੇ ਇਹ। ਤਾਂ ਇੱਥੋਂ ਪ੍ਰਿੰਸੀਪਲ ਕੀ ਆ ਜਾਊਗਾ 12372/1.2, ਠੀਕ ਹੈ ਜੀ। ਇਹਨੂੰ ਸੋਲਵ ਕਰ ਲੈਂਦੇ ਆਪਾਂ, ਪੁਆਇੰਟ ਉੱਥੇ ਚੱਲ ਜਾਏਗਾ 12 ਨਾਲ ਕੈਂਸਲ ਕਰ ਦਿਓ। 1 ਟਾਈਮਸ 12 ਗੁਣਾ 10 ਕਿੰਨਾ ਹੋ ਗਿਆ 120, ਠੀਕ ਹੈ ਜੀ। 12 ਤੀਏ 36 ਅਤੇ 12 ਏਕਮ 12, ਅਤੇ ਇਹ ਕਿੰਨਾ ਗਿਆ 10,310 ਰੁਪੀਜ਼, ਠੀਕ ਹੈ। ਇਹੀ ਆਪਣਾ ਕੀ ਆ ਜਾਏਗਾ ਪ੍ਰਿੰਸੀਪਲ ਆ ਜਾਏਗਾ। ਕਲੀਅਰ ਹੈ ਜੀ। ਇਸ ਤਰ੍ਹਾਂ ਕੁਐਸਚਨ ਨੂੰ ਕਰਨਾ ਸੀ। ਪਹਿਲਾਂ ਆਪਾਂ ਨੇ ਦੇਖ ਲਈ ਰੇਟ ਕਿੰਨੀ ਆਈ ਹੈ 20% ਦੀ ਜੇ ਚੇਂਜ ਇੱਥੇ, ਕਿਉਂਕਿ ਟਾਈਮ ਪੀਰੀਅਡ ਸੇਮ ਹੈ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਪਿੱਛੇ ਵੀ 20% ਦੀ ਚੇਂਜ ਆਈ ਹੋਵੇਗੀ, ਠੀਕ ਹੈ। ਜੇ ਚੇਂਜ ਪਤਾ ਲੱਗ ਗਈ ਆਪਾਂ ਨੂੰ ਬਸ ਫਿਰ ਪ੍ਰਿੰਸੀਪਲ ਕੱਢਣਾ ਤਾਂ ਆਪਾਂ ਲਈ ਈਜ਼ੀ ਹੈ। ਪਰਸੈਂਟੇਜ ਦੇ ਵਿੱਚ ਆਪਾਂ ਨੇ ਇੰਨਾ ਕੁ ਸਿੱਖਿਆ ਹੋਇਆ, ਠੀਕ ਹੈ। ਮੈਂ ਉਮੀਦ ਕਰਦਾ ਤੁਹਾਨੂੰ ਕੁਛ ਅੱਜ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਵੇਗਾ। ਥੈਂਕ ਯੂ ਗਾਇਜ਼ ਫॉर ਵਾਚਿੰਗ।